ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇਮੀਗ੍ਰੇਸ਼ਨ ਗੁਰੂ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਲਈ ਅਸੀਂ ਇਮੀਗ੍ਰੇਸ਼ਨ ਅਪਡੇਟਸ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਇਮੀਗ੍ਰੇਸ਼ਨ ਦੇ ਵਿੱਚ ਲਗਾਤਾਰ ਕੁਝ ਨਾ ਕੁਝ ਜਿਹੜੀਆਂ ਚੇਂਜਸ ਆ ਰਹੀਆਂ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਆਉਂਦੀਆਂ ਵੀ ਰਹਿਣੀਆਂ ਨੇ। ਇਸ ਲਈ ਹਰ ਹਫ਼ਤੇ ਤੁਹਾਡੇ ਲਈ ਇੱਕ ਐਕਸਪਰਟ ਲੈ ਕੇ ਹਾਜ਼ਰ ਹੁੰਦੇ ਹਾਂ, ਜਿਹੜੇ ਕਿ ਤੁਹਾਡੇ ਨਾਲ ਆਪਣੀ ਐਕਸਪਰਟ ਰਾਏ ਅਤੇ ਇਮੀਗ੍ਰੇਸ਼ਨ ਅਪਡੇਟਸ ਸ਼ੇਅਰ ਕਰਦੇ ਨੇ। ਅੱਜ ਫਿਰ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਉਹ ਤੁਹਾਡੇ ਨਾਲ ਕੀ ਅਪਡੇਟਸ ਨੇ ਇਮੀਗ੍ਰੇਸ਼ਨ ਦੇ ਵਿੱਚ ਉਹ ਸਾਂਝੀਆਂ ਕਰਨਗੇ। ਦੱਤਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਤੇ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਥੈਂਕ ਯੂ ਜੀ, ਤੁਹਾਡਾ ਆਉਣ ਲਈ ਬਹੁਤ ਬਹੁਤ ਥੈਂਕ ਯੂ। ਅੱਛਾ ਮਨੂ ਜੀ, ਆਪਾਂ ਐਕਸਪ੍ਰੈਸ ਐਂਟਰੀ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਬੜੀ ਐਕਸਾਈਟਮੈਂਟ ਹੁੰਦੀ ਜਦੋਂ ਇਹਦੀ ਗੱਲ ਹੁੰਦੀ ਹੈ। ਸੋ ਕੀ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ? ਸਿਮਰਤ, ਵੈਸੇ ਕਾफ़ी देर बाद मेरे ख्याल तकरीबन 2 हफ्तियां बाद ड्रॉ आउट होया। हाँ जी। एंड 462 पॉइंट ते CEC ਦਾ ड्रॉ ਗਿਆ। ठीक है जी। सो ਤੁਸੀਂ ਦੇਖੋ ਕਿ 75 ਦਾ ਸਕੋਰ ਚੱਲ ਰਿਹਾ ਸੀਗਾ, ਫਿਰ 350 ਤੇ ਆ ਗਿਆ, 357 ਤੇ ਹੁਣ 462 ਤੇ। ਸੋ what is this telling you, you know, ਕਿ ਵਾਪਸੀ ਚੀਜ਼ਾਂ ਵਾਪਸ ਜਾ ਰਹੀਆਂ, ਬੈਕ ਟੂ ਨਾਰਮਲ ਹੋਣ ਵਾਲੀਆਂ। ਸੋ ਜੇ CEC ਦਾ ਡਰਾ ਜੇ 462 ਤੇ ਜਾ ਰਿਹਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 2-3 ਡਰਾਸ ਤੋਂ ਬਾਅਦ ਆਈ ਥਿੰਕ ਫੋਕਸ ਅਗੇਨ ਬਾਹਰ ਦੇ ਐਪਲੀਕੈਂਟਸ ਦੇ ਉੱਤੇ ਚਲਾ ਜਾਏਗਾ। ਸੋ ਜਿੰਨੇ ਵੀ ਵਿਦਨ ਕੈਨੇਡਾ ਐਪਲੀਕੈਂਟਸ ਹੈਗੇ ਨੇ, ਸਟੂਡੈਂਟਸ ਹੈਗੇ ਨੇ ਜਾਂ ਵਰਕ ਪਰਮਿਟ ਤੇ ਹੈਗੇ ਹੋ, ਤੁਸੀਂ ਆਪਣੇ ਪਲਾਨ ਯੂਰ ਫਿਊਚਰ ਵੈਰੀ ਵਾਈਜ਼ਲੀ। ਜਿਹੜੇ ਲੱਕੀ ਵਨਸ ਸੀਗੇ ਜਿਨ੍ਹਾਂ ਦੇ 75 ਤੇ ਪਿਕ ਹੋ ਗਈ ਜਾਂ TR to PR ਦੇ ਵਿੱਚ ਐਪਲੀਕੇਸ਼ਨਸ ਪਿਕ ਹੋ ਗਈਆਂ, 350 357 ਤੇ ਪਿਕ ਹੋ ਗਈਆਂ ਜਾਂ ਉਸ ਤੋਂ ਬਾਅਦ ਪਿਕ ਹੋ ਰਹੀਆਂ, ਤੇ ਬਾਕੀਆਂ ਨੂੰ ਜਿਹੜੇ ਹੁਣ ਕੰਮ ਕਰ ਰਹੇ ਹੋ ਜਾਂ ਜਿਹੜੇ ਹੁਣ ਪਾਸ ਆਊਟ ਹੋ ਰਹੇ ਹੋ, ਯੂ ਹੈਵ ਟੂ ਪਲਾਨ ਯੂਰ ਫਿਊਚਰ ਐਂਡ ਦੇਖੋ ਕਿ ਕਿਹੜਾ ਜੌਬ, ਕਿਹੜਾ ਇੰਪਲੋਇਰ ਤੁਹਾਨੂੰ ਹੈਲਪ ਕਰ ਸਕਦਾ ਹੈਗਾ PNPs ਵਾਸਤੇ ਜਾਂ ਜੌਬ ਆਫਰ ਵਾਸਤੇ। ਬਿਕੋਜ਼ ਆਉਣ ਵਾਲੇ ਸਮੇਂ ਦੇ ਵਿੱਚ ਸਕੋਰ ਥੱਲੇ ਆਉਣ ਵਾਲਾ ਘੱਟ ਹੈਗਾ, ਉਮੀਦ ਘੱਟ ਹੈਗੀ ਹੈ। ਐਂਡ ਖਾਸ ਕਰ ਸਿਮਰਤ ਜੀ, ਹੁਣ ਦੇਖੋ ਕਿ ਇਸ ਟਾਈਮ ਤੇ 450 ਤੋਂ ਉੱਪਰ ਤਕਰੀਬਨ 35,000 ਐਪਲੀਕੇਸ਼ਨਸ ਪਈਆਂ ਹੈਗੀਆਂ। ਅੱਛਾ ਜੀ। ਐਂਡ ਹੁਣ ਜਿਹੜੇ 500 ਵਾਲੇ ਡਰਾਅ ਵਾਲੇ ਸੀਗੇ, 500 CRS ਸਕੋਰ ਲੈ ਕੇ ਬੈਠੇ, 500 ਤੋਂ ਪਲੱਸ ਲੈ ਕੇ ਬੈਠੇ ਨੇ, 470 480 ਤੋਂ ਉੱਪਰ ਲੈ ਕੇ ਬੈਠੇ ਨੇ। ਸੋ ਹੁਣ ਫੋਕਸ ਬਾਹਰ ਵਾਲੇ ਐਪਲੀਕੈਂਟਸ ਦੇ ਉੱਤੇ ਜਾਣ ਵਾਲਾ ਹੈਗਾ। ਸੋ ਜਿਹੜੇ ਵਿਦਨ ਕੈਨੇਡਾ ਦੇ ਸ਼ੁੱਡ ਪਲਾਨ ਇਟ ਨਾਓ। ਇਸ ਤਰ੍ਹਾਂ ਨਾ ਹੋਵੇ ਕਿ ਸਾਲ ਬਾਅਦ 2 ਸਾਲਾਂ ਬਾਅਦ ਉਹਨੂੰ ਨਾ ਉਮੀਦਾਂ ਸ਼ੁਰੂ ਹੋ ਜਾਣ। ਯੂ ਨੋ ਹੋਪਸ ਜਦੋਂ ਡੈਸ਼ ਹੁੰਦੀਆਂ ਹੈਗੀਆਂ, ਬਿਕੋਜ਼ ਕਈ ਵਾਰੀ ਜਦੋਂ ਬਹੁਤ ਈਜ਼ੀ ਚੀਜ਼ਾਂ ਦੇਖ ਲਓ ਤੇ ਥੋੜਾ ਟਫ ਹੁੰਦੀਆਂ ਚੀਜ਼ਾਂ ਤੇ ਉਹ ਫਿਰ ਤੁਹਾਨੂੰ ਦਿੱਕਤ ਦਿੰਦੀਆਂ ਹੈਗੀਆਂ। ਅੱਛਾ, ਜਿਵੇਂ ਤੁਸੀਂ ਇਮੀਗ੍ਰੇਸ਼ਨ ਆਪਣੇ ਐਕਸਪ੍ਰੈਸ ਐਂਟਰੀ ਦੀ ਗੱਲ ਕੀਤੀ ਹੈ, ਤਾਂ ਹੁਣ ਜਿਹੜੀਆਂ ਚੀਜ਼ਾਂ ਖੁੱਲ੍ਹ ਰਹੀਆਂ ਨੇ, ਹੁਣ ਇਹ ਵੀ ਨਿਊਜ਼ ਆ ਰਹੀਆਂ ਨੇ ਵੀ ਹੁਣ ਜਿਹੜੇ ਵਿਜ਼ਟਰ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ ਅਤੇ ਵਿਜ਼ਟਰ ਵੀਜ਼ਾ ਵੀ ਹੁਣ ਛੇਤੀ ਮਿਲਣਾ ਸ਼ੁਰੂ ਹੋ ਜਾਵੇਗਾ। ਅਤੇ ਇਹਦੇ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਜਿਹੜੇ ਵਿਜ਼ਟਰ ਵੀਜ਼ੇ 'ਤੇ ਆ ਕੇ ਇੱਥੇ ਵਰਕ ਪਰਮਿਟ ਅਪਲਾਈ ਕਰਦੇ ਨੇ ਉਹਨਾਂ ਦੇ ਲਈ ਕੀ ਆਪਸ਼ਨਸ ਨੇ ਹੁਣ? ਸਿਮਰਤ ਜੀ, ਬਿਲਕੁਲ ਤੁਸੀਂ ਬੜਾ ਵੈਲਿਡ ਆ ਵੀ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਜੀ। ਐਂਡ ਖਾਸ ਕਰ ਜਿਹੜੇ ਵਿਜ਼ਟਰ ਵੀਜ਼ਾ 'ਤੇ ਆ ਕੇ ਵਰਕ ਪਰਮਿਟ ਲੈਂਦੇ ਸੀਗੇ ਉਹਨਾਂ ਵਾਸਤੇ ਡਿਵੈਲਪਮੈਂਟ ਸਭ ਤੋਂ ਇੰਪੋਰਟੈਂਟ ਆ ਹੈਗੀ ਹੈ ਕਿ ਉਹ ਜਿਹੜਾ ਪ੍ਰੋਗਰਾਮ, ਪਾਇਲਟ ਪ੍ਰੋਗਰਾਮ ਪਬਲਿਕ ਪਾਲਿਸੀ ਦੇ ਤਹਿਤ ਸ਼ੁਰੂ ਕੀਤਾ ਗਿਆ ਸੀਗਾ, ਉਹ ਐਕਸਟੈਂਡ ਹੋ ਗਿਆ ਹੈਗਾ ਟਿਲ 28 ਫੈਬਰਰੀ 2022। ਸੋ ਅਗਲੇ ਸਾਲ, ਆਉਣ ਵਾਲੇ ਸਾਲ ਦੇ ਫੈਬਰਰੀ 28 ਤੱਕ ਐਕਸਟੈਂਡ ਹੋ ਗਿਆ ਪ੍ਰੋਗਰਾਮ। ਸੋ ਜਿੰਨੇ ਵੀ ਵਿਜ਼ਟਰ ਇਸ ਟਾਈਮ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ, ਦੇ ਕੈਨ ਗ੍ਰੈਬ ਦਿਸ ਓਪਰਚੁਨਿਟੀ ਐਂਡ ਐਡਵਾਂਟੇਜ ਲੈ ਸਕਦੇ ਨੇ ਇਸ ਪਾਲਿਸੀ ਦਾ। ਬਟ ਤੁਹਾਡਾ ਸਟੇਟਸ ਜ਼ਰੂਰ ਹੋਣਾ ਚਾਹੀਦਾ, ਸਟੇਟਸ ਲੂਜ਼ ਨਾ ਕਰਿਆ ਜੇ। ਬਿਕੋਜ਼ ਜੇ ਤੁਸੀਂ ਸਟੇਟਸ ਤੋਂ ਆਊਟ ਹੁੰਦੇ ਹੋ ਐਂਡ ਈਵਨ ਜੇ ਐਕਸਪਾਇਰ ਹੋ ਰਿਹਾ ਤੇ ਰੀਨਿਊ ਕਰਾਓ ਆਪਣਾ ਸਟੇਟਸ ਤੋਂ ਬਾਹਰ ਨਹੀਂ ਹੋਣਾ। ਬਿਕੋਜ਼ ਇੱਕ ਵਾਰੀ ਸਟੇਟਸ ਤੋਂ ਬਾਹਰ ਹੋ ਗਏ ਤੇ ਉਹ ਤੁਹਾਨੂੰ ਅੱਗੇ ਜਾ ਕੇ ਤੰਗ ਕਰੇਗਾ। ਐਂਡ ਇਹਦੇ ਨਾਲ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਸੀਗਾ ਐਂਡ ਪਿਛਲੇ 1 ਸਾਲ ਦੇ ਵਿੱਚ ਐਕਸਪਾਇਰ ਹੋ ਗਿਆ ਬਟ ਸਟੇਟਸ ਰੱਖਿਆ ਹੋਇਆ, ਤੁਸੀਂ ਹੁਣ ਵੀ ਇਸ ਪਾਲਿਸੀ ਦੇ ਤਹਿਤ ਤੁਸੀਂ ਐਕਸਟੈਂਸ਼ਨ ਅਪਲਾਈ ਕਰ ਸਕਦੇ ਹੋ, ਪ੍ਰੋਵਾਈਡਡ ਤੁਹਾਡੇ ਕੋਲ ਨਵਾਂ ਇੰਪਲੋਇਰ ਆ ਜਾਵੇ ਐਂਡ ਲੀਗਲੀ ਤੁਸੀਂ ਕੰਮ ਵੀ ਸ਼ੁਰੂ ਕਰ ਸਕਦੇ ਹੋ। ਬਟ ਇਹਦੇ ਵਾਸਤੇ ਕੁਝ ਡਿਟੇਲਸ ਹੈਗੀਆਂ, ਉਹਦੇ ਵਾਸਤੇ ਤੁਸੀਂ 1-on-1 ਸਾਡੇ ਨਾਲ ਆ ਕੇ ਡਿਸਕਸ ਕਰ ਸਕਦੇ ਹੋ ਜਾਂ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਲਾਇਰ ਨਾਲ ਡਿਸਕਸ ਕਰ ਸਕਦੇ ਹੋ। ਐਂਡ ਆਹ ਵਾਲੀ ਪਾਲਿਸੀ ਬੜੀ ਫਸਟ ਕਲਾਸ ਪਾਲਿਸੀ। ਹੁਣ ਜਿਸ ਤਰ੍ਹਾਂ ਟਰੈਵਲ ਰਿਸਟ੍ਰਿਕਸ਼ਨਸ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਸਿਮਰਤ ਜੀ, ਹੁਣ ਜੌਬ ਓਪਰਚੁਨਿਟੀਜ਼ ਹੈਗੀਆਂ। ਬਿਕੋਜ਼ ਇੰਪਲੋਇਰਸ ਨੂੰ ਵੀ ਵਰਕ ਪਰਮਿਟ ਵਰਕ ਵਾਸਤੇ, ਆਪਣੇ ਬਿਜ਼ਨਸਿਸ ਰਨ ਕਰਨ ਵਾਸਤੇ ਉਹਨਾਂ ਨੂੰ ਹੈਲਪ ਦੀ ਲੋੜ ਹੈ, ਲੇਬਰ ਦੀ ਲੋੜ ਹੈਗੀ ਹੈ। ਸੋ ਉਹਦੇ ਐਡਵਾਂਟੇਜ ਹੁਣ ਲਿੱਤੀ ਜਾ ਸਕਦੀ ਹੈਗੀ ਹੈ। ਹਰ ਸਾਲ ਤਕਰੀਬਨ 5 ਲੱਖ, ਇਸ ਟਾਈਮ ਤੇ ਗੱਲ ਕਰੀਏ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੀ ਗੱਲ ਕਰੀਏ, 5 ਲੱਖ ਵਰਕਰਸ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ। ਠੀਕ ਹੈ, 5 ਲੱਖ ਇਜ਼ ਅ ਹਿਊਜ ਨੰਬਰ। 500,000 ਜੇ ਵਰਕਰਸ ਕੈਨੇਡਾ 'ਚ ਹੈਗੇ ਨੇ ਐਂਡ ਤੁਸੀਂ ਵੀ ਉਸੇ ਸਟਰੀਮ ਦੇ ਵਿੱਚ ਆ ਕੇ ਫਾਇਦਾ ਚੱਕਣਾ ਚਾਹੁੰਦੇ ਹੋ, ਓਪਰਚੁਨਿਟੀਜ਼ ਬਹੁਤ ਸਾਰੀਆਂ ਮਿਲ ਸਕਦੀਆਂ। ਤੁਹਾਡੀ PR ਆਸਾਨ ਹੋ ਸਕਦੀ ਹੈ। ਜੇ ਤੁਹਾਡੀ ਏਜ ਜ਼ਿਆਦਾ ਹੈਗੀ ਹੈ, ਤੁਹਾਡੀ ਐਜੂਕੇਸ਼ਨ ਘੱਟ ਹੈਗੀ ਹੈ, ਇੰਗਲਿਸ਼ ਦਾ ਸਕੋਰ ਤੁਸੀਂ ਉਸ ਤਰ੍ਹਾਂ ਦਾ ਨਹੀਂ ਲੈ ਸਕਦੇ, ਤੇ PNP ਪ੍ਰੋਗਰਾਮਸ ਇਸ ਸਟਰੀਮ ਦੇ ਵਿੱਚ ਆ ਕੇ ਆਰਾਮ ਨਾਲ ਤੁਹਾਡੇ ਵਾਸਤੇ ਪਰਮਾਨੈਂਟ ਰੈਜ਼ੀਡੈਂਸੀ ਤੁਹਾਡੀ ਐਂਡ ਤੁਹਾਡੀ ਫੈਮਿਲੀ ਵਾਸਤੇ ਹੈਲਪਫੁਲ ਹੋ ਸਕਦਾ ਹੈਗਾ। ਬਟ ਅਗੇਨ
ਪਲਾਨ ਕਰੋ ਕਿ ਕਿਸ ਤਰ੍ਹਾਂ ਵਰਕ ਚੀਜ਼ ਹੋਣਗੀਆਂ ਐਂਡ ਜਿਹੜੇ ਵਿਜ਼ਿਟ ਵੀਜ਼ਾ ਤੇ ਵੀ ਹੁਣ ਵੀ ਆਣਗੇ ਦੇ ਕੈਨ ਆਲਸੋ ਗ੍ਰੈਬ ਦਿਸ ਓਪਰਚੁਨਿਟੀ। ਅੱਛਾ ਮਨੂ ਜੀ, ਕਿਉਂਕਿ ਜੋ ਸਟੂਡੈਂਟਸ ਕਾਫੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਵਿੱਚ ਸ਼ਾਮਲ ਹਾਜ਼ਰ ਵੀ ਨੇ ਤੇ ਹੋਰ ਜਿਹੜੇ ਨਵੇਂ ਸਟੂਡੈਂਟ ਵੀ ਜਿਹੜੇ ਆ ਰਹੇ ਨੇ, ਇਹਨਾਂ ਦੇ ਲਈ ਵੀ ਕੁਝ ਨਵੀਂ ਕੋਈ ਹੈ ਇਸ ਸਮੇਂ ਕੋਈ ਅਪਡੇਟ? ਸਿਮਰਨ ਜੀ, ਸਟੂਡੈਂਟ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ, ਸਟੂਡੈਂਟਸ ਆ ਵੀ ਰਹੇ ਨੇ ਐਂਡ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਐਲੀਜੀਬਲ ਵੀ ਹੋਣਗੇ। ਉਹਦਾ ਐਸੇ ਕਰਕੇ ਇੰਨੇ PNP ਪ੍ਰੋਗਰਾਮਸ, ਇਹੋ ਜਿਹੇ ਪ੍ਰੋਗਰਾਮਸ ਲਿਖੇ ਗਏ ਨੇ, CC ਕਲਾਸ ਇਸੇ ਵਾਸਤੇ ਲਿਖਿਆ ਗਿਆ ਤਾਂ ਕਿ ਅਸੀਂ ਇਹ ਜਿਹੜੇ ਸਟੂਡੈਂਟਸ ਹੈਗੇ ਇਹਨਾਂ ਨੂੰ ਸੰਭਾਲ ਕੇ ਰੱਖ ਸਕੀਏ ਕੈਨੇਡਾ ਦੇ ਵਿੱਚ, ਬਿਕੋਜ਼ ਦੇ ਆਰ ਵਨ ਆਫ ਦਾ ਬੈਸਟ ਐਪਲੀਕੈਂਟਸ ਕੈਨੇਡਾ ਵਾਸਤੇ ਐਂਡ ਬੈਸਟ ਵਰਕਰਸ। ਐਂਡ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਟੂਡੈਂਟਸ ਆਉਂਦੇ ਰਹਿਣਗੇ ਵੱਡੀ ਤਾਦਾਦ ਦੇ ਵਿੱਚ। ਐਂਡ ਸਿਮਰਤ ਜੀ, ਇਹ ਬੜੀ ਵੱਡੀ ਇੰਡਸਟਰੀ ਬਣ ਚੁੱਕੀ ਹੈਗੀ ਐਂਡ ਸਾਨੂੰ ਕੈਨੇਡਾ ਨੂੰ ਜਿਸ ਤਰ੍ਹਾਂ ਸਾਡੀ ਰਿਟਾਇਰਮੈਂਟਸ ਆਉਣ ਵਾਲੇ ਸਮੇਂ ਦੇ ਵਿੱਚ ਐਕਸਪੈਕਟਡ ਹੈਗੀਆਂ, ਸਟੂਡੈਂਟ ਉਸ ਕਮੀ ਨੂੰ ਬੜੀ ਬਖੂਬੀ ਪੂਰਾ ਕਰ ਸਕਦੇ ਨੇ। ਸੋ ਓਨਲੀ ਸਟੂਡੈਂਟਸ ਨੂੰ ਇੱਕੋ ਚੀਜ਼ ਕਿ ਕੋਈ ਵੀ ਸ਼ਾਰਟ ਟਰਮ ਗੇਨਸ ਦੇ ਵਿੱਚ ਨਾ ਪਾਓ, ਆਪਣੀ ਇਮੀਗ੍ਰੇਸ਼ਨ ਦੇ ਉੱਤੇ, ਆਪਣੇ ਸੁਪਨਿਆਂ ਦੇ ਉੱਤੇ, ਆਪਣੇ ਮਾਂ-ਬਾਪ ਦੀ ਮਿਹਨਤ ਦੇ ਤੇ ਸੁਪਨਿਆਂ ਦੇ ਸਦਕੇ ਜਿਹੜੀ ਵੀ ਚੀਜ਼ਾਂ ਤੁਸੀਂ ਕਰਦੇ ਹੋ ਉਹ ਸੋਚ ਕੇ ਕਰੋ ਕਿ ਮੇਰੇ ਮਦਰ ਫਾਦਰ ਦੀ ਮੇਰੀ ਰੈਪੂਟੇਸ਼ਨ ਇਨਵੋਲਡ ਹੈ, ਮੇਰੀ ਰਿਲੀਜਨ ਦੀ ਰੈਪੂਟੇਸ਼ਨ ਇਨਵੋਲਡ ਹੈ, ਮੈਂ ਜਿਹੜੀ ਰੀਜਨ ਨੂੰ ਰਿਪਰੈਜ਼ੈਂਟ ਕਰਦਾ ਉਸ ਰੀਜਨ ਦੀ ਰੈਪੂਟੇਸ਼ਨ ਇਨਵੋਲਡ ਹੈ ਮੇਰੇ ਨਾਲ। ਕੋਈ ਵੀ ਜਦੋਂ ਤੁਸੀਂ ਸ਼ਾਰਟ ਟਰਮ ਗੇਨ ਵਾਸਤੇ ਕੋਈ ਚੀਜ਼ ਗਲਤ ਕਰਦੇ ਹੋ ਉਹ ਤੁਹਾਨੂੰ ਹੀ ਇਫੈਕਟ ਨਹੀਂ ਕਰਦੀ, ਬਾਕੀਆਂ ਨੂੰ ਵੀ ਇਫੈਕਟ ਕਰਦੀ ਹੈਗੀ ਹੈ। ਸੋ ਓਪਰਚੁਨਿਟੀਜ਼ ਕੈਨੇਡਾ ਵਾਸਤੇ ਬਹੁਤ ਸਾਰੀਆਂ ਹੈਗੀਆਂ, ਕੈਨੇਡਾ ਦੇ ਵਿੱਚ ਸੈਟਲ ਹੋਣ ਵਾਸਤੇ ਬਹੁਤ ਸਾਰੀਆਂ ਹੈਗੀਆਂ। ਓਨਲੀ ਥਿੰਗ ਇਜ਼ ਬੀ ਪੇਸ਼ੈਂਟ ਐਂਡ ਵਰਕ ਟੁਵਰਡਸ ਦੋਜ਼ ਓਪਰਚੁਨਿਟੀਜ਼। ਸ਼ਾਰਟ ਟਰਮ ਗੇਨਸ ਦੇ ਵਿੱਚ ਨਾ ਪਾਓ ਐਂਡ ਆਪਣੀ ਮਿਹਨਤਾਂ ਕਰੋ ਐਂਡ ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀਜ਼। ਬਹੁਤ ਕੁਛ ਹੈਗਾ ਇਸ ਕੰਟਰੀ ਨੂੰ ਤੁਹਾਨੂੰ ਦੇਣ ਵਾਸਤੇ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ ਤੇ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਤੁਹਾਡਾ ਵੀ ਕੋਈ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੈ, ਕੋਈ ਕੇਸ ਤੁਸੀਂ ਇਹਨਾਂ ਦੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਦੇ ਨਾਲ 1-on-1 ਮੀਟਿੰਗ ਕਰ ਸਕਦੇ ਹੋ। ਅਪਾਇੰਟਮੈਂਟ ਬਣਾਓ ਇਹਨਾਂ ਦੇ ਆਫਿਸ ਫੋਨ ਕਰਕੇ ਤੇ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ। ਅੱਛਾ ਮਨੂ ਜੀ, ਜਿੱਥੇ ਵੱਖ-ਵੱਖ ਕੈਟਾਗਰੀਜ਼ ਨੇ, ਇੱਕ ਬਿਜ਼ਨਸ ਕੈਟਾਗਰੀ ਹੈ ਜਿਹੜੀ ਕਾਫੀ ਇੰਪੋਰਟੈਂਟ ਹੈ, ਬਹੁਤ ਸਾਰੇ ਜਿਹੜੇ ਲੋਕ ਨੇ ਆਪਣੇ ਦੇਸ਼ਾਂ ਤੋਂ ਇੱਥੇ ਐਜ਼ ਏ ਬਿਜ਼ਨਸ ਐਂਟਰਪ੍ਰੀਨਿਓਰ ਆਉਣਾ ਚਾਹੁੰਦੇ ਨੇ, ਉਹਨਾਂ ਬਾਰੇ ਵੀ ਥੋੜ੍ਹਾ ਜਿਹਾ ਦੱਸਿਓ। ਸਿਮਰਤ ਜੀ, ਬਿਜ਼ਨਸਮੈਨ ਵਾਸਤੇ ਓਪਰਚੁਨਿਟੀਜ਼ ਹੈਗੀਆਂ ਸੀਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਹਿਣਗੀਆਂ ਵੀ। ਇਸੇ ਕਰਕੇ ਇੰਨੇ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ। ਜੇ ਅਸੀਂ ਗੱਲ ਕਰੀਏ ਓਨਰ ਓਪਰੇਟਰ ਕੈਟਾਗਰੀ, ਮੈਂ ਕਿਹਾ ਬੇਇੰਤਹਾ ਲੋਕਾਂ ਨੇ ਇਸ ਪ੍ਰੋਗਰਾਮ ਦਾ ਫਾਇਦਾ ਚੱਕਿਆ ਐਂਡ ਬਿਕੋਜ਼ ਇੱਥੇ ਆਉਂਦੇ ਸੀ ਵਿਜ਼ਿਟ ਵੀਜ਼ਾ ਤੇ ਬਿਜ਼ਨਸ ਬਾਏ ਕਰਦੇ ਸੀ, ਉਹਦੇ ਬੇਸਿਸ ਦੇ ਉੱਤੇ ਉਸ ਬਿਜ਼ਨਸ ਨੂੰ ਰਨ ਕਰਨ ਵਾਸਤੇ ਓਨਰ ਓਪਰੇਟਰ ਵੀਜ਼ਾ ਲੈ ਲੈਂਦੇ ਸੀ ਐਂਡ ਉਸ ਤੋਂ ਬਾਅਦ ਉਹਨਾਂ ਨੂੰ ਨੌਕ ਓ ਦੀਆਂ ਵੀ ਜੌਬਸ ਮਿਲਦੇ ਰਹੀਆਂ। ਹੁਣ ਇਸ ਕੈਟਾਗਰੀ ਦੇ ਵਿੱਚ ਚੇਂਜਸ ਆ ਗਏ ਹਨ। ਹੁਣ ਨੌਕ ਓ ਦੀਆਂ ਜੌਬਸ ਮਿਲਣੀਆਂ ਥੋੜੀ ਜਿਹੀ ਔਖੀਆਂ ਹੈਗੀਆਂ ਬਿਕੋਜ਼ HRSD ਅਫਸਰ ਨੂੰ ਸਟ੍ਰੇਟ ਇੰਸਟਰਕਸ਼ਨਸ ਹੈਗੀਆਂ ਕਿ ਨੌਕ ਓ ਜੌਬ ਵਾਏ 200 ਪੁਆਇੰਟਸ ਵਾਲੇ LMIA ਵਾਲੀ ਜੌਬਸ ਕਿਉਂ ਦੇ ਰਹੇ ਹੋ ਤੁਸੀਂ ਇਹਨਾਂ ਨੂੰ। ਸੋ ਜਦ ਕਿ ਆ ਡਿਊਟੀਜ਼ ਜਿਹੜੀਆਂ ਹੈਗੀਆਂ ਉਹ ਨੌਕ ਏ ਦੀਆਂ ਕਰ ਰਹੇ ਨੇ, ਮੈਨੇਜਰ ਲੈਵਲ ਦੀਆਂ ਡਿਊਟੀਜ਼ ਹੋ ਰਹੀਆਂ ਹੈਗੀਆਂ। ਸੋ ਉਹ ਚੇਂਜਸ ਜ਼ਰੂਰ ਆਈਆਂ ਬਟ ਇਹ ਪ੍ਰੋਗਰਾਮ ਹਾਲੇ ਵੀ ਚੱਲ ਰਿਹਾ। ਹਾਂ, ਐਡਵਰਟਾਈਜ਼ਮੈਂਟ ਦੀ ਰਿਕੁਆਇਰਮੈਂਟਸ ਹੁਣ ਐਡ ਹੋ ਗਈਆਂ ਬਟ ਦਿਸ ਪ੍ਰੋਗਰਾਮ ਇਜ਼ ਸਟਿਲ ਡੂਇੰਗ ਗੁੱਡ ਐਂਡ ਤੁਸੀਂ ਜੇ ਫਾਇਦਾ ਲੈਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦਾ, ਸਟਰੀਮ ਦਾ, ਤੁਸੀਂ ICC ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਬਟ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ PNPs ਦੇ ਥਰੂ ਵੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਸਕਦੇ ਹੋ ਐਂਡ ਇਵੈਂਚੁਅਲੀ ਜੇ ਤੁਹਾਡੇ ਪੁਆਇੰਟਸ ਬਣਦੇ ਨੇ ਤੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਅੰਡਰ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਹੁਣ ਇਹ ਵਰਕ ਪਰਮਿਟ ਸਟਰੀਮ ਹੋ ਗਈ। ਪਹਿਲੇ ਵਰਕ ਪਰਮਿਟ ਮਿਲੇਗਾ ਫਿਰ PR ਵਾਸਤੇ ਤੁਸੀਂ ਕੁਆਲੀਫਾਈ ਹੋਗੇ। ਹੁਣ ਇਸੇ ਤਰ੍ਹਾਂ ਸਿਮਰਤ ਜੀ ਦੂਸਰੇ ਪ੍ਰੋਗਰਾਮ ਹੋ ਗਏ ਜਿਸ ਤਰ੍ਹਾਂ ਸਟਾਰਟਅਪ ਵੀਜ਼ਾ। ਸਟਾਰਟਅਪ ਵੀਜ਼ਾ ਇੱਕ ਇਹੋ ਜਿਹਾ ਨਵੇਕਲਾ ਵੀਜ਼ਾ ਹੈਗਾ, ਇਹ ਸ਼ੁਰੂ ਤਾਂ ਕੀਤਾ ਗਿਆ ਸੀ ਲਾਸਟ ਗਵਰਨਮੈਂਟ ਵੱਲੋਂ ਬਟ ਉਹਦੇ ਵਿੱਚ ਜਿਹੜੀਆਂ ਚੇਂਜਸ ਆਈਆਂ ਐਂਡ ਜਿਹੜੀਆਂ ਜਿਸ ਤਰ੍ਹਾਂ ਉਹ ਅੱਗੇ ਵਧਿਆ ਹੈਗਾ ਉਹ ਕਰੰਟ ਗਵਰਨਮੈਂਟ ਦੇ ਅੰਡਰ ਵਧਿਆ ਹੈਗਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੇ ਕੋਈ ਵੀ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ ਜਾਂ ਈਵਨ ਸੀਨੀਅਰ ਮੈਨੇਜਮੈਂਟ ਦੇ ਪੋਜੀਸ਼ਨ ਤੇ ਤੁਸੀਂ ਕੰਮ ਕਰ ਰਹੇ ਹੋ ਐਂਡ ਤੁਸੀਂ ਸਟਾਰਟਅਪ ਵੀਜ਼ਾ ਦਾ ਫਾਇਦਾ ਲੈਣਾ ਚਾਹੁੰਦੇ ਹੋ ਤੇ ਤੁਸੀਂ ਇੱਕ ਵਾਰੀ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ ਜਾਂ ਕਿਸੇ ਕੰਸਲਟੈਂਟ ਲਾਇਰ ਜਿਹੜੇ ਪ੍ਰੋਗਰਾਮ ਕਰਦੇ ਨੇ ਰੈਗੂਲਰ ਔਨ ਅ ਰੈਗੂਲਰ ਬੇਸਿਸ। ਇੰਡੀਆ ਦੇ ਵਿੱਚ ਅਸੀਂ ਦੇਖਦੇ ਹਾਂ, ਪਾਕਿਸਤਾਨ ਦੇ ਵਿੱਚ ਦੇਖਦੇ ਹਾਂ, ਈਵਨ ਮਿਡਲ ਈਸਟ ਦੇ ਵਿੱਚ ਦੇਖਦੇ ਹਾਂ ਸਿਮਰਤ ਜੀ ਕਿ ਜਿਹੜੇ ਨਹੀਂ ਵੀ ਕਰਦੇ ਉਹ ਇਹੋ ਜਿਹਾ ਪ੍ਰਾਈਸ ਕੋਟ ਕਰ ਦਿੰਦੇ ਨੇ ਕਿ ਜਿਹੜਾ ਪੋਸੀਬਲ ਹੀ ਨਹੀਂ ਹੈਗਾ ਐਂਡ ਉਹ ਕਰਦੇ ਕੀ ਨੇ, ਪ੍ਰਾਈਸ ਕੋਟ ਘਟਾਉਣ ਵਾਸਤੇ ਉਹ ਕਰਦੇ ਨੇ 4-5 ਐਪਲੀਕੈਂਟਸ ਨੂੰ ਇੱਕ ਐਪਲੀਕੇਸ਼ਨ ਦੇ ਵਿੱਚ ਇਕੱਠੇ ਕਰ ਦਿੰਦੇ ਨੇ। ਠੀਕ ਹੈ। ਐਂਡ ਉਹ ਐਪਲੀਕੈਂਟਸ ਜਿਹੜੇ ਹੈਗੇ ਨੇ ਇੱਕ ਦੂਜੇ ਨਾਲ ਜਾਣਦੇ ਨਹੀਂ, ਇੱਕ ਦੂਜੇ ਦੇ ਬਿਜ਼ਨਸ ਬਾਰੇ ਨਹੀਂ ਪਤਾ, ਇੱਕ ਦੂਜੇ ਦੀ ਸਟਰੀਮਸ ਬਾਰੇ ਨਹੀਂ ਪਤਾ, ਜੌਬ ਕੋਈ ਕਿਤੇ ਕਰ ਰਿਹਾ ਐਂਡ ਆਪਸ ਦੇ ਵਿੱਚ ਕੋਈ ਕੋਆਰਡੀਨੇਸ਼ਨ ਨਹੀਂ। ਇੱਥੋਂ ਲੈਟਰ ਆਫ ਸਪੋਰਟ ਦਾ ਇਸ਼ੂ ਹੋ ਜਾਏਗਾ ਜਦੋਂ ਤੁਸੀਂ ਇਨਕਿਊਬੇਟਰਸ ਦੇ ਕੋਲ ਜਾਂ ਵੈਂਚਰ ਕੈਪੀਟਲਿਸਟ ਦੇ ਕੋਲ ਜਾਂ ਜਾਓ
ਜਾਓਗੇ, ਬਟ ਬਾਅਦ ਚੋਂ ਜਦੋਂ ਇਮੀਗ੍ਰੇਸ਼ਨ ਦੇ ਵਿੱਚ ਐਪਲੀਕੇਸ਼ਨ ਤੁਹਾਡੀ ਜਾਏਗੀ ਜਦੋਂ ਤੁਹਾਨੂੰ ਬਿਜ਼ਨਸ ਪਲਾਨ ਉਸ ਤਰ੍ਹਾਂ ਐਕਸਪਲੇਨ ਕਰਨਾ ਨਹੀਂ ਆਏਗਾ, देयर इज़ अ वेरी स्ट्रॉन्ग लाइकलीहुड कि ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋ ਸਕਦੀ ਹੈ। ਸੋ ਜਿੰਨਾ ਵੀ ਤੁਸੀਂ ਪੈਸਾ ਉਸ ਸਟੇਜ ਤੱਕ ਦਿੱਤਾ ਉਹ ਤੁਹਾਡਾ ਲੂਜ਼ ਹੋ ਸਕਦਾ। ਸੋ ਓਨਲੀ ਡੀਲ ਵਿਦ ਦੋਜ਼ ਕੰਸਲਟੈਂਟ ਔਰ ਲਾਇਰ ਜੋ ਰੈਗੂਲਰ ਇਸ ਬੇਸਿਸ ਇਸ ਇਹੋ ਜਿਹੇ ਪ੍ਰੋਗਰਾਮ ਨੂੰ ਦੇਖਦੇ ਨੇ, ਡੀਲ ਕਰਦੇ ਨੇ। ਜੋ ਕੋਈ ਵੀ ਤੁਸੀਂ ਬਿਜ਼ਨਸ ਕਰ ਰਹੇ ਹੋ, देयर आर लॉट ऑफ अपॉर्चुनिटीज इन दिस प्रोग्राम, बट इस प्रोग्राम ਦੇ ਵਿੱਚ ਤੁਸੀਂ ਵਿਦ ਫੈਮਿਲੀ ਸਟ੍ਰੇਟ ਔਨ ਅ ਲੈਂਡਡ ਵੀਜ਼ਾ ਵੀ ਲੈਂਡ ਕਰ ਸਕਦੇ ਹੋ। ਜਿਹੜੀ ਲੈਟਰ ਆਫ ਸਪੋਰਟ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਸਿਮਰਤ ਜੀ, ਉਹ 4 ਤੋਂ 6 ਮਹੀਨਿਆਂ ਦਾ ਹੈਗਾ। ਉਸ ਤੋਂ ਬਾਅਦ ਅੱਗੇ ਜਿਹੜੀ ਪੀਆਰ ਦੀ ਐਪਲੀਕੇਸ਼ਨ ਪ੍ਰੋਸੈਸਿੰਗ ਦਾ ਟਾਈਮ ਹੈਗਾ ਉਹ 1 ਸਾਲ ਦਾ ਹੈਗਾ। ਐਂਡ ਜਦੋਂ ਤੁਹਾਨੂੰ ਲੈਟਰ ਆਫ ਸਪੋਰਟ ਇਸ਼ੂ ਹੋ ਗਈ, ਜੇ ਤੁਸੀਂ ਇੱਥੇ ਆ ਕੇ ਬਿਜ਼ਨਸ ਐਸਟੈਬਲਿਸ਼ ਕਰਨਾ ਚਾਹੁੰਦੇ ਹੋ ਰਾਈਟ ਅਵੇ, ਤੇ ਤੁਸੀਂ ਈਵਨ ਵਰਕ ਪਰਮਿਟ ਤੇ ਵੀ ਆ ਕੇ ਬਿਜ਼ਨਸ ਐਸਟੈਬਲਿਸ਼ ਕਰ ਸਕਦੇ ਹੋ। ਐਂਡ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਰਹਿੰਦੀ ਹੈ। ਐਂਡ ਤੁਹਾਡੀ ਫੈਮਿਲੀ ਨੂੰ ਡਿਪੈਂਡੈਂਟ ਵੀਜ਼ਾ ਇਸ਼ੂ ਜਾਂਦੇ ਨੇ। ਸੋ ਜਿੰਨੇ ਵੀ ਸਾਡੇ ਦੋਸਤ ਸੁਣ ਰਹੇ ਨੇ ਇਸ ਪ੍ਰੋਗਰਾਮ ਦੇ ਬਿਜ਼ਨਸ ਇਮੀਗ੍ਰੇਸ਼ਨ ਬਾਰੇ ਡਿਸਕਸ ਕਰਨਾ ਚਾਹੁੰਦੇ ਨੇ, ਇੰਟਰਾ ਕੰਪਨੀ ਟ੍ਰਾਂਸਫਰੀ ਬਾਰੇ ਡਿਸਕਸ ਕਰਨਾ ਚਾਹੁੰਦੇ ਨੇ, ਜੇ ਤੁਸੀਂ ਬੈਕ ਹੋਮ ਬਿਜ਼ਨਸ ਕਰ ਰਹੇ ਹੋ, ਸੇਮ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਤੇ ਗੈਟ ਇਨ ਟੱਚ ਵਿਦ ICC ਇਮੀਗ੍ਰੇਸ਼ਨ, ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰੋ। ਐਂਡ ਜੇ ਤੁਸੀਂ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਤੇ ਵੀ ਕੈਨ ਹੈਵ one-on-one consultation on a video call with you and we can discuss your opportunities, but ਉਹ paid consultations ਹੋਣਗੀਆਂ। ਜੇ free consultation ਲੈਣੀ ਹੈ 2-3 ਸਵਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ we can answer them right away, but ਜੇ ਤੁਸੀਂ paid consultation ਰਹਿੰਦੇ ਹੋ ਤੇ ਅਸੀਂ ਤੁਹਾਡੇ ਤੋਂ ਸਾਰੀ ਇਨਫੋਰਮੇਸ਼ਨ ਗੈਦਰ ਕਰਦੇ ਹਾਂ and we go through your entire application, entire documentations, and then we suggest you ਕਿ ਆਹ opportunity ਤੁਹਾਡੇ ਵਾਸਤੇ work better ਕਰ ਸਕਦੀ ਹੈ। ਸੋ ਉਹਦੇ ਵਿੱਚ ਅਸੀਂ ਵੀ ਟਾਈਮ ਇਨਵੈਸਟ ਕਰਦੇ ਹਾਂ, ਤੁਹਾਡੀ ਇੱਕ ਛੋਟੀ ਜਿਹੀ ਅਮਾਊਂਟ ਤੁਸੀਂ ਪੇਮੈਂਟ ਦੇ ਰਹੇ ਹੋ, ਬਟ ਇਹੀ ਪੇਮੈਂਟ ਤੁਹਾਡੀ ਜਿਹੜੀ ਤੁਸੀਂ ਕੰਸਲਟੇਸ਼ਨ ਲੈ ਰਹੇ ਹੋ ਬਾਅਦ ਚੋਂ ਜਦੋਂ ਸਰਵਿਸਿਜ਼ ਲੈਂਦੇ ਹੋ ਤੇ ਉਹਦੇ ਵਿੱਚ ਐਡਜਸਟ ਹੋ ਜਾਂਦੀ ਹੈਗੀ ਹੈ। ਬਿਲਕੁਲ ਮਨੂ ਜੀ, ਜਾਣ ਤੋਂ ਪਹਿਲਾਂ ਇੱਕ ਵਾਰ ਆਪਣਾ ਤੁਸੀਂ ਕੰਟੈਕਟ ਨੰਬਰ ਤੇ WhatsApp ਨੰਬਰ ਜ਼ਰੂਰ ਦਿਓ। ਜੀ, ਸਾਡਾ ਯੂ ਕੈਨ ਰੀਚ ਅਸ ਐਟ info@iccimmigration.ca। ਸਾਡਾ ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ 6478509000। 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ RD and MD ਨੂੰ ਟੀਮ ICC ਇਮੀਗ੍ਰੇਸ਼ਨ ਨੂੰ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆ। ਐਂਡ ਵੀ ਆਰ ਨੋਨ ਫॉर ਅ ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੁੰਦੀ ਉਹ ਤੁਹਾਨੂੰ ਦੱਸਦੇ ਹਾਂ, ਜਿਹੜੀ ਚੀਜ਼ ਨਹੀਂ ਪੋਸੀਬਲ ਹੁੰਦੀ ਉਹ ਵੀ ਤੁਹਾਨੂੰ ਕਹਿੰਦੇ ਕਿ ਭਾਈ ਡੂ ਨਾਟ ਵੇਸਟ ਯੋਰ ਟਾਈਮ ਐਂਡ ਹਾਰਡ ਐਂਡ ਮਨੀ ਔਨ ਐਨੀ ਪ੍ਰੋਗਰਾਮਸ। ਬਹੁਤ ਬਹੁਤ ਧੰਨਵਾਦ ਮਨੂ ਜੀ ਸਟੂਡੀਓ ਵਿੱਚ ਹਾਜ਼ਰ ਹੋਣ ਲਈ ਤੇ ਇੰਨੀ ਬੜੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ। ਥੈਂਕ ਯੂ ਸਿਮਰਤ ਜੀ, ਧੰਨਵਾਦ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫ਼ਤੇ ਫਿਰ ਨਵੀਆਂ ਇਮੀਗ੍ਰੇਸ਼ਨ ਅਪਡੇਟਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।